हेलो एवरीवन वेलकम टू माय हिंदी बच्चे दिस इज साक्षी अग्रवाल। सो इस ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਅਕਤੂਬਰ 2021 ਦੇ ਕਰੰਟ ਅਫੇਅਰਸ। ਸੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾ ਕਰੰਟ ਅਫੇਅਰ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਰੀਸੈਂਟਲੀ ਪਾਵਰ ਫਾਈਨਾਂਸ ਕਾਰਪੋਰੇਸ਼ਨ ਨੂੰ ਮਹਾਰਤਨਾ ਸਟੇਟਸ ਮਿਲਿਆ ਹੈ। ਸੋ ਅਗਰ ਆਪਾਂ ਇਸ ਤੋਂ ਇਲਾਵਾ ਗੱਲ ਕਰੀਏ ਹੋਰ ਕਿੰਨਾ ਕੋਲੇ ਸਟੇਟਸ ਹੈ, ONGC ਸਟੀਲ ਅਥਾਰਟੀ ਆਫ ਇੰਡੀਆ ਲਿਮਿਟਿਡ, ਬੈਲ ਤੇ ਇੰਡੀਅਨ ਆਇਲ ਕਾਰਪੋਰੇਸ਼ਨ। ਇਹ ਯਾਦ ਰੱਖਿਓ ਬਹੁਤ ਇੰਪੋਰਟੈਂਟ ਹੈ। ਪੇਪਰ 'ਚ ਕਈ ਵਾਰ ਕੁਐਸਚਨਸ ਐਸੇ ਦੇਖਣ ਨੂੰ ਮਿਲੇ ਹੈ ਕਿ ਰੀਸੈਂਟਲੀ ਕਿੰਨਾ ਨੂੰ ਕਿਹੜਾ ਸਟੇਟਸ ਮਿਲਿਆ। ਓਕੇ, ਉਹ ਤੋਂ ਬਾਅਦ ਨੈਕਸਟ ਨੀਤੀ ਆਯੋਗ ਨੇ ਇੱਕ ਹੈਂਡ ਬੁੱਕ ਕੱਢੀ ਹੈ ਔਨ ਸਸਟੇਨੇਬਲ ਅਰਬਨ ਪਲਾਸਟਿਕ ਵੇਸਟ ਮੈਨੇਜਮੈਂਟ। ਹੁਣ ਇਹਦੇ ਉੱਪਰ ਕੀ ਕੁਐਸਚਨ ਆ ਸਕਦਾ ਹੈ ਕਿ ਰੀਸੈਂਟਲੀ ਨੀਤੀ ਆਯੋਗ ਨੇ ਇੱਕ ਹੈਂਡ ਬੁੱਕ ਕੱਢੀ ਸੀ, ਉਹਦਾ ਥੀਮ ਕੀ ਹੈ ਕਿ ਕਿਹਦੇ ਨਾਲ ਰਿਲੇਟਡ ਸੀ, ਅਰਬਨ ਪਲਾਸਟਿਕ ਵੇਸਟ ਮੈਨੇਜਮੈਂਟ ਨਾਲ ਰਿਲੇਟਡ ਸੀ। ਸੋ ਐਵੇਂ ਯਾਦ ਰੱਖਣਾ ਤੁਹਾਨੇ। ਉਹ ਤੋਂ ਬਾਅਦ ਨੈਕਸਟ ਆਪਣੇ ਕੋਲ ਜਿਹੜਾ ਕਰੰਟ ਅਫੇਅਰ ਹੈ ਉਹ ਵੀ ਕਾਫੀ ਇੰਪੋਰਟੈਂਟ ਹੈ। ਇਹ ਹੈਗਾ ਰਿਗਾਰਡਿੰਗ ਹੈਨਲੇ ਪਾਸਪੋਰਟ ਇੰਡੈਕਸ 2021। ਸੋ ਰੀਸੈਂਟਲੀ ਹੈਨਲੇ ਪਾਸਪੋਰਟ ਇੰਡੈਕਸ 2021 ਨੂੰ ਰਿਲੀਜ਼ ਕੀਤਾ ਗਿਆ। ਅਗਰ ਆਪਾਂ ਇਹਦੇ ਵਿੱਚ ਗੱਲ ਕਰੀਏ ਤਾਂ ਇਹਦੇ ਵਿੱਚ ਕੀ ਕੱਢਿਆ ਜਾਂਦਾ ਹੈ ਕਿ ਮੋਸਟ ਟਰੈਵਲ ਫਰੈਂਡਲੀ ਪਾਸਪੋਰਟ ਕਿਹੜੇ ਨੇ ਵਰਲਡ ਦੇ। ਠੀਕ ਹੈ, ਇਹਦੇ ਵਿੱਚ ਇੰਡੀਆ ਦਾ ਰੈਂਕ ਆਇਆ 90th। ਅਗਰ ਆਪਾਂ ਫਸਟ ਰੈਂਕ ਦੀ ਗੱਲ ਕਰੀਏ ਤਾਂ ਫਸਟ ਰੈਂਕ ਕਿਹਦਾ ਆਇਆ, ਜਾਪਾਨ ਐਂਡ ਸਵਿਟਜ਼ਰਲੈਂਡ। ओके, सो याद रखियो बहुत इंपॉर्टेंट है ये वाला। और तो बाद नेक्स्ट है IMF वर्ल्ड इकनॉमिक आउटलुक। अगर तुसी PPSC ਦੇ पेपर ਦਿੱਤੇ ਹੋਣਗੇ ਨਾ ਤਾਂ ਤੁਸੀਂ ਇਹ ਕੁਐਸਚਨ ਪੱਕਾ ਦੇਖਿਆ ਹੋਊਗਾ। ਬਹੁਤ ਵਾਰ ਪੁੱਛਿਆ ਜਾਂਦਾ ਹੈ ਕਿ ਵਰਲਡ ਇਕਨੋਮਿਕ ਆਊਟਲੁੱਕ ਰਿਪੋਰਟ ਹੈ ਜਿਹੜੀ ਕੌਣ ਰਿਲੀਜ਼ ਕਰਦਾ, IMF, ਦੈਟ ਇਜ਼ ਇੰਟਰਨੈਸ਼ਨਲ ਮੋਨੇਟਰੀ ਫੰਡ। ਸੋ ਇਹ ਕਰੰਟ ਅਫੇਅਰ ਨੂੰ ਇਨਕਲੂਡ ਕਰਨ ਦਾ ਮੇਰਾ ਇਹੀ ਪਰਪਸ ਸੀਗਾ। ਉਹਦੇ ਵਿੱਚ ਕੀ ਆਇਆ ਇਹ ਪੁੱਛਣ ਦੇ ਚਾਂਸ ਬਹੁਤ ਘੱਟ ਨੇ। ਮੇਨ ਕੀ ਪੁੱਛਦੇ ਆ ਕਿ ਇਹ ਰਿਪੋਰਟ ਕੌਣ ਦਿੰਦਾ ਹੈ। और तो बाद नेक्स्ट न्यू रूल्स फॉर अलाउइंग एबॉर्शन टिल 24 वीक्स। ये भी बहुत इंपॉर्टेंट करंट अफेयर है। ठीक है कि गवर्नमेंट ऑफ इंडिया ने की किया है, उन्होंने मैडिकल टर्मिनेशन ऑफ प्रैगनेंसी अमेंडमेंट एक्ट 2021 पास किया है। ਇਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜੀ ਪ੍ਰੈਗਨੈਂਸੀ ਦੀ ਟਰਮੀਨੇਸ਼ਨ ਦੀ ਲਿਮਿਟ ਹੈ ਉਹਨੂੰ 20 ਤੋਂ ਕਿੰਨਾ ਕਰਤਾ, 24 ਵੀਕਸ ਕਰਤਾ ਐਕਸੈਪਸ਼ਨਲ ਕੈਟਾਗਰੀ ਆਫ ਵਿਮਨ ਦੇ ਕੇਸ ਦੇ ਵਿੱਚ। ਓਕੇ, ਹੁਣ ਇਹਦੇ ਵਿੱਚ ਕਿਹੜੇ ਕਿਹੜੇ ਹੋਣਗੇ, ਜਿਹੜੇ ਕਿ ਮਾਈਨਰਸ ਹੋ ਗਏ, ਸਰਵਾਈਵਰਸ ਆਫ ਸੈਕਸ਼ੂਅਲ ਅਸੌਲਟ, ਰੇਪ ਵਿਕਟਿਮਸ ਹੋ ਗਏ। ਠੀਕ ਹੈ, ਜਾਂ ਫਿਰ ਜਿਨ੍ਹਾਂ ਨੂੰ ਫਿਜ਼ੀਕਲ ਡਿਸੇਬਿਲਿਟੀ ਹੈ। ਓਕੇ, ਤੇ ਐਸੀ ਵਿਮਨ ਜਿਨ੍ਹਾਂ ਦਾ ਜਿਹੜਾ ਸਟੇਟਸ ਹੈ ਉਹ ਚੇਂਜ ਹੋ ਗਿਆ, ਮੈਰੀਟਲ ਮੀਨਸ ਉਹਨਾਂ ਦੀ ਪਹਿਲਾਂ ਮੈਰਿਜ ਹੋਈ ਸੀ, ਹੁਣ ਉਹ ਮੇਬੀ ਡਾਈਵੋਰਸੀ ਹੋ ਗਈ। ਓਕੇ, ਸੋ ਇਹ ਕੇਸ ਦੇ ਵਿੱਚ ਹੋ ਸਕਦਾ ਹੈ, ਜਾਂ ਫਿਰ ਉਹਨਾਂ ਦੇ ਹਸਬੈਂਡ ਦੀ ਡੈਥ ਹੋ ਗਈ। ਓਕੇ, ਦਿਸ ਆਲਸੋ ਇਨਕਲੂਡਸ case of fetal malformation where there is risk of physical mental abnormalities, then mentally ill women या women in disaster or emergency situation। okay, so ये सारिਆਂ ਨੂੰ ਇਹਦੇ ਵਿੱਚ ਅਲਾਉ ਕੀਤਾ ਜਾਊਗਾ। और तो बाद नेक्स्ट है इंटरनेशनल डे फॉर डिजास्टर रिस्क रिडक्शन। सो ये कदों मनाते हैं 13th ऑफ अक्टूबर ਨੂੰ। ਜਿਹੜਾ ਇਹ ਡੇ ਹੈ ਇਹਦਾ ਏਮ ਕੀ ਹੈ, ਪ੍ਰਮੋਟ ਕਰਨਾ ਗਲੋਬਲ ਕਲਚਰ, ਰਿਸਕ ਅਵੇਅਰਨੈਸ ਐਂਡ ਡਿਜ਼ਾਸਟਰ ਰਿਡਕਸ਼ਨ। ਇਹ ਸੈਲੀਬ੍ਰੇਟ ਕਰਦਾ ਹੈ ਕਿ ਲੋਕ ਤੇ ਕਮਿਊਨਿਟੀਜ਼ ਪੂਰੇ ਵਰਲਡ ਦੇ ਵਿੱਚ ਕਿਵੇਂ ਰਿਡਿਊਸ ਕਰ ਰਹੇ ਨੇ ਐਕਸਪੋਜ਼ਰ ਟੂ ਡਿਜ਼ਾਸਟਰ ਐਂਡ ਰੇਜ਼ਿੰਗ ਅਵੇਅਰਨੈਸ ਰਿਗਾਰਡਿੰਗ ਦ ਇੰਪੋਰਟੈਂਸ ਆਫ risk they are facing. Then government launch One Health Consortium. So Department of Biotechnology ने launch किया One Health Consortium in virtual mode. इन्हें launch किया by Secretary of Department Biotechnology Dr. Renu Swaroop. One Health Consortium has been empowered to carry out surveillance of important viral, bacterial and parasitic infections of zoonotic and transboundary pathogens in India. This project will also look into use of existing diagnostic tests and development of additional methodologies to conduct surveillance and understand the spread of emerging disease. Then exercise युद्ध अभ्यास 2021। सो ये बहुत इंपॉर्टेंट है। ਇਹਦੇ ਵਿੱਚ ਤੁਸੀਂ ਕੀ ਯਾਦ ਰੱਖਣਾ ਹੈ ਕਿ युद्ध अभ्यास ਜਿਹੜੀ ਐਕਸਰਸਾਈਜ਼ ਹੈ ਉਹਦੇ ਵਿੱਚ ਕੌਣ-ਕੌਣ ਪਾਰਟਿਸਿਪੇਟ ਕਰਦਾ ਹੈ, ਇੰਡੀਆ ਐਂਡ ਯੂਨਾਈਟਿਡ ਸਟੇਟਸ। ਤੇ ਇੱਕ ਮਿਲਟਰੀ ਐਕਸਰਸਾਈਜ਼ ਹੈ। ਠੀਕ ਹੈ, ਸੋ 17th ਐਡੀਸ਼ਨ ਹੋਇਆ ਇਹ ਵਾਲੀ ਐਕਸਰਸਾਈਜ਼ ਦਾ। ਓਕੇ, ਜਿਹੜੀ ਐਕਸਰਸਾਈਜ਼ ਉਹਨੂੰ ਕੰਡਕਟ ਕੀਤਾ ਜਾਊਗਾ ਜੁਆਇੰਟ ਬੇਸ ਐਲਮੈਂਡੋਫ ਰਿਚਰਡਸਨ ਅਲਾਸਕਾ ਦੇ ਵਿੱਚ। ਓਕੇ, ਉਹ ਤੋਂ ਬਾਅਦ ਨੈਕਸਟ ਗਲੋਬਲ ਹੰਗਰ ਇੰਡੈਕਸ ਜਿਹੜਾ ਇੰਡੀਆ ਉਹਦਾ ਰੈਂਕ ਕਿੰਨਾ 101। ਸੋ ਗਲੋਬਲ ਹੰਗਰ ਇੰਡੈਕਸ ਜਿਹਨੂੰ ਕਿ ਜੁਆਇੰਟਲੀ ਪ੍ਰਿਪੇਅਰ ਕੀਤਾ ਹੈ ਆਇਰਿਸ਼ ਏਡ ਏਜੰਸੀ ਕਾਲਡ ਕੰਸਰਨ ਵਰਲਡ ਵਾਈਡ ਤੇ ਜਰਮਨ ਆਰਗੇਨਾਈਜੇਸ਼ਨ ਜਿਨ੍ਹਾਂ ਦਾ ਨਾਮ ਕੀ ਹੈ ਵੈਲਟ ਹੰਗਰ ਹੈਲਥ। ਠੀਕ ਹੈ, ਜਿਹੜਾ ਇੰਡੈਕਸ ਹੈ ਉਹ ਟਰਮ ਕਰਦਾ ਹੰਗਰ ਲੈਵਲ ਨੂੰ ਇੰਡੀਆ ਦੇ ਵਿੱਚ ਕਿ ਬਹੁਤ ਜ਼ਿਆਦਾ ਅਲਾਰਮਿੰਗ ਸਿਚੁਏਸ਼ਨ ਆਈ ਹੋਈ ਹੈ।
इंडैक्स ਦੇ ਵਿੱਚ ਜਿਹੜਾ ਇੰਡੀਆ ਹੈ ਉਹਦਾ 101 ਪੋਜੀਸ਼ਨ ਆਈ ਹੈ 116 ਕੰਟਰੀਜ਼ ਚੋਂ ਤੇ ਇਹ ਕਿਹਾ ਕਿ ਇੰਡੀਆ ਦੇ ਵਿੱਚ ਅਲਾਰਮਿੰਗ ਪੋਜੀਸ਼ਨ ਹੈ 2020 ਦੇ ਵਿੱਚ ਇੰਡੀਆ ਦਾ ਰੈਂਕ 94 ਸੀ ਤੇ ਹੁਣ ਵੱਧ ਗਿਆ ਠੀਕ ਹੈ 2021 ਦੇ ਵਿੱਚ ਇੰਡੀਆ ਆਪਣੇ ਨੇਬਰਿੰਗ ਕੰਟਰੀਜ਼ ਜਿਵੇਂ ਕਿ ਬੰਗਲਾਦੇਸ਼ ਪਾਕਿਸਤਾਨ ਨੇਪਾਲ ਇਹਨਾਂ ਤੋਂ ਵੀ ਪਿੱਛੇ ਹੋ ਗਿਆ ਓਕੇ ਸੋ ਯਾਦ ਰੱਖਿਓ ਵੀ ਇਹਨਾਂ ਨੂੰ ਕੌਣ ਰਿਲੀਜ਼ ਕਰਦਾ ਜਿਹੜਾ ਇਹ ਵਾਲਾ ਇੰਡੈਕਸ ਹੈ ਇੰਪੋਰਟੈਂਟ ਹੈ then China Russia joint C2021 naval exercise so China ਤੇ Russia ਨੇ ਇੱਕ joint naval drills ਕੀਤੀਆਂ ਜਿਹਨੂੰ ਕੀ ਬੋਲਦੇ ਆ joint C2021 ਠੀਕ ਹੈ ਇੱਕ ਤਰੀਕੇ ਦੀ naval exercise ਹੈ ਕਿੱਥੇ ਕੀਤੀ Sea of Japan ਦੇ ਵਿੱਚ then ਇੰਡੀਆ ਨੂੰ ਰੀ-ਇਲੈਕਟ ਕੀਤਾ ਗਿਆ ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕਾਉਂਸਲ ਦੇ ਲਈ ਫॉर 2022-24 ਟਰਮ ਦੇ ਲਈ ਠੀਕ ਹੈ ਇੰਡੀਆ ਦੁਬਾਰਾ ਤੋਂ ਰੀ-ਇਲੈਕਟ ਹੋ ਗਿਆ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਕਾਉਂਸਲ ਫॉर 2022-24 ਟਰਮ ਓਕੇ ਸੋ ਨੈਕਸਟ ਕਰੰਟ ਅਫੇਅਰ ਕਾਫੀ ਇੰਪੋਰਟੈਂਟ ਹੈ ਇੰਡੀਆ ਦੇ ਜਿਹੜੇ ਫੋਰਨ ਐਕਸਚੇਂਜ ਰਿਜ਼ਰਵ ਨੇ ਉਹ ਇਨਕਰੀਜ਼ ਹੋ ਗਏ 2.039 ਬਿਲੀਅਨ ਡਾਲਰਸ ਦੇ ਨਾਲ ਤੇ ਉਹ ਕਿੰਨੀ ਹੈ ਉਹਨਾਂ ਦੀ ਵੈਲਿਊ 639.516 ਬਿਲੀਅਨ ਇੰਪੋਰਟੈਂਟ ਹੈ ਵੈਰੀ ਸੋ ਯਾਦ ਰੱਖਿਓ ਫਿਗਰ ਓਕੇ ਪੇਪਰਸ ਕਈ ਵਾਰ ਐਗਜ਼ਾਮਸ ਦੇ ਵਿੱਚ ਪੁੱਛਿਆ ਜਾਂਦਾ ਕੁਐਸਚਨ ਉਹ ਤੋਂ ਬਾਅਦ 8th ਮਿਨਿਸਟਰ ਮੀਟਿੰਗ ਹੋਈ ਇੰਡੀਆ ਯੂਐਸ ਇਕਨੋਮਿਕ ਐਂਡ ਫਾਈਨੈਂਸ਼ੀਅਲ ਪਾਰਟਨਰਸ਼ਿਪ ਡਾਇਲੌਗ ਸੋ ਇਹ ਕਿੱਥੇ ਹੋਇਆ ਵਾਸ਼ਿੰਗਟਨ ਡੀਸੀ ਓਕੇ then next October 15 ਨੂੰ ਕੀ ਮਨਾਉਂਦੇ ਆ ਇੰਟਰਨੈਸ਼ਨਲ ਡੇ ਆਫ ਰੂਰਲ ਵਿਮਨ ਓਕੇ ਸੋ ਇਹਦਾ ਥੀਮ ਕੀ ਰਿਹਾ ਰੂਰਲ ਵਿਮਨ ਕਲਟੀਵੇਟਿੰਗ ਗੁੱਡ ਫੂਡ ਫॉर ਆਲ ਦੈਟਸ ਇਟ then IMF ਨੇ ਇੱਕ ਐਨੂਅਲ ਰਿਪੋਰਟ ਦਿੱਤੀ ਹੈ ਇੰਡੀਆ ਦੇ ਉੱਪਰ ਠੀਕ ਹੈ IMF ਨੇ ਪਬਲਿਸ਼ ਕੀਤੀ ਐਨੂਅਲ ਰਿਪੋਰਟ ਇਹ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਜਿਹੜੀ ਇੰਡੀਅਨ ਇਕਨੋਮੀ ਹੈ ਉਹ ਰਿਕਵਰ ਕਰ ਰਹੀ ਹੈ COVID-19 ਦੀ ਜਦੋਂ ਵੇਵ ਆਈ ਉਹ ਤੋਂ ਬਾਅਦ ਜਿਵੇਂ ਇੰਡੀਅਨ ਇਕਨੋਮੀ ਦਾ ਬੁਰਾ ਹਾਲ ਹੋ ਗਿਆ ਸੀ ਤਾਂ ਹੁਣ ਉਹ ਥੋੜੀ ਰਿਕਵਰ ਕਰ ਰਹੀ ਹੈ ਉਹਦੇ ਵਿੱਚੋਂ ਠੀਕ ਹੈ ਬਸ ਇਹ ਯਾਦ ਰੱਖਣਾ ਉਹ ਤੋਂ ਬਾਅਦ ਨੈਕਸਟ ਪੰਜਾਬ ਮੇਰਾ ਘਰ ਮੇਰਾ ਨਾਮ ਸਕੀਮ ਲਾਂਚ ਇਹ ਇੰਪੋਰਟੈਂਟ ਹੈ ਸੋ ਪੰਜਾਬ ਦੇ ਜਿਹੜੇ ਚੀਫ ਮਿਨਿਸਟਰ ਹੈ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਮੇਰਾ ਘਰ ਮੇਰਾ ਨਾਮ ਸਕੀਮ ਨੂੰ ਲਾਂਚ ਕੀਤਾ ਹੈ ਜਿਹੜੀ ਸਕੀਮ ਹੈ ਓਨਰਸ਼ਿਪ ਰਾਈਟ ਦਊਗੀ ਉਹ ਲੋਕਾਂ ਨੂੰ ਜਿਹੜੇ ਕਿ ਹਾਊਸਿਸ ਦੇ ਵਿੱਚ ਰਹਿ ਰਹੇ ਨੇ with the lal lakir of cities as well as villages lal lakir da matlab ki land which is a part of village habitation such land is used only for non agriculture purpose ਜਿਹੜਾ ਸਕੀਮ ਹੈ ਪ੍ਰੋਵਾਈਡ ਕਰੂਗੀ ਅਸਿਸਟੈਂਸ ਸਾਰਿਆਂ ਨੂੰ including those from underprivileged and needy strata then October 17 ਨੂੰ ਕੀ ਮਨਾਉਂਦਾ ਇੰਟਰਨੈਸ਼ਨਲ ਡੇ ਫॉर ਇਰੈਡੀਕੇਸ਼ਨ ਆਫ ਪਾਵਰਟੀ ਜਿਹੜਾ ਇਹ ਵਾਲਾ ਕਰੰਟ ਅਫੇਅਰ ਇੰਪੋਰਟੈਂਟ ਹੈ ਸੋ ਧਿਆਨ ਰੱਖਿਓ ਓਕੇ ਉਹ ਤੋਂ ਬਾਅਦ ਇੰਡੀਆ US UAE ਇਜ਼ਰਾਈਲ ਨੇ ਇੱਕ ਨਿਊ ਕੁਆਡ ਫਾਰਮ ਕੀਤਾ ਸੋ ਇੰਡੀਆ ਇਜ਼ਰਾਈਲ ਯੂਨਾਈਟਿਡ ਸਟੇਟਸ ਐਂਡ ਯੂਨਾਈਟਿਡ ਅਰਬ ਐਮੀਰੇਟ ਆਰ ਰੈਡੀ ਟੂ ਬਿਲਡ ਔਨ ਮੋਮੈਂਟਮ created by Abraham Accords by holding first meeting of their foreign minister on October 18 2021 ਜਿਹੜੀ ਮੀਟਿੰਗ ਇਹਨੂੰ ਕੀ ਬੋਲ ਰਹੇ ਨਿਊ ਕੁਆਡ ਬੋਲ ਰਹੇ ਹਨ ਤੇ ਇਹਨੂੰ ਜੁਆਇਨ ਕੀਤਾ ਐਕਸਟਰਨਲ ਅਫੇਅਰ ਮਿਨਿਸਟਰ ਐਸ ਜੈਸ਼ੰਕਰ ਨੇ US Secretary of State Antony Blinken from Washington Israel Foreign Minister Yair Lapid from Jerusalem UAE Foreign Minister Sheikh Abdullah bin Zayed Al Nahyan from Abu Dhabi ਓਕੇ ਸੋ ਯਾਦ ਰੱਖਿਓ ਕਿ ਨਿਊ ਕੁਆਡ ਦੇ ਵਿੱਚ ਕਿਹੜੀ ਕੰਟਰੀਜ਼ ਸ਼ਾਮਿਲ ਨੇ ਇੰਡੀਆ ਇਜ਼ਰਾਈਲ ਯੂਨਾਈਟਿਡ ਸਟੇਟਸ ਐਂਡ UAE very important then UIDAI to host Aadhaar Hackathon 2021 ਸੋ ਕੌਣ ਹੋਸਟ ਕਰ ਰਿਹਾ ਬਸ ਇੰਨਾ ਕੁ ਯਾਦ ਰੱਖਣਾ ਓਕੇ then ਤੇ ਇੱਕ ਚੀਜ਼ ਹੋਰ ਯਾਦ ਰੱਖਣੀ ਹੈ ਉਹ ਕੀ ਹੈ UIDAI ਦੀ ਫੁੱਲ ਫਾਰਮ ਕੀ ਹੈ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ then Alibaba launch कर रहे new server chip based on advanced 5 nanometer technology. Okay, बस ये याद रखना है कि कौन launch कर रहे हैं Alibaba. Then Indian Taliban to meet at Moscow format meeting. So India ते Taliban है जेडे एक दूसरे दे face to face मिलनगे Moscow format meeting जिन्हों की Russia host कर रहा है. Okay, so बस तुसी इन्ना का याद रखना है. और तो बाद sorry next India top ਤੇ in emission related to crop burning so climate tech startup blue sky analytics ਨੇ ਰਿਪੋਰਟ ਪਬਲਿਸ਼ ਕੀਤੀ ਕਿ emissions ਕਿੰਨੀਆਂ ਹੋ ਰਹੀਆਂ ਨੇ crop burning ਨਾਲ ਲੈ ਕੇ ਸੋ ਉਹਦੇ ਵਿੱਚ ਇਹ ਦੇਖਿਆ ਗਿਆ ਕਿ ਇੰਡੀਆ ਟੌਪ ਤੇ ਹੈ ਸੋ ਇਹ ਕਿਹਾ ਗਿਆ ਕਿ 2015 2020 ਦੇ ਵਿੱਚ ਜਿੰਨੇ ਵੀ ਗਲੋਬਲ emission ਹੋਏ ਉਹਦੇ ਵਿੱਚ ਇੰਡੀਆ ਦੇ ਵਿੱਚ 13% ਉਹਦੇ ਹੋਏ ਜਿਹੜੇ emission ਹੈ ਮਤਲਬ ਇੰਡੀਆ 13% ਕੰਟਰੀਬਿਊਟ ਕਰਦਾ emissions ਦੇ ਵਿੱਚ और तो बाद नेक्स्ट कुंफू नन्स वॉन यूनेस्को मार्शल आर्ट एजुकेशन प्राइज 2021 सो बस ये याद रखना है और तो बाद नेक्स्ट माइक्रोसॉफ्ट आर्टिफिशियल इंटैलिजेंस इनोवेट प्रोग्राम सो माइक्रोसॉफ्ट ने लॉन्च किया प्रोग्राम जिसका नाम कि आर्टिफिशियल इंटैलिजेंस इनोवेट प्रोग्राम ताकि नर्चर ते स्केल किया जाए स्टार्टअप नूं जिहड़ा प्रोग्राम नूं लॉन्च किया गया स्टार्टअप इकोसिस्टम नूं
ਸਪੋਰਟ ਕਰਨ ਦੇ ਲਈ ਇੰਡੀਆ ਦੇ ਵਿੱਚ ਜਿਹੜਾ ਪ੍ਰੋਗਰਾਮ ਉਹ ਸਪੋਰਟ ਕਰੂਗਾ ਸਟਾਰਟਅਪ ਨੂੰ ਜਿਹੜੇ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰਦੇ ਆ। ਉਹ ਤੋਂ ਬਾਅਦ ਟਰੁਥ ਸੋਸ਼ਲ डोनाल्ड ट्रंप न्यू सोशल मीडिया प्लेटफॉर्म, सो ये काफ़ी इंपॉर्टेंट है। ओके, सो फॉर्मर यूएस प्रेजिडेंट डोनाल्ड ट्रंप ने लॉन्च किया एक अपना सोशल मीडिया नैटवर्क जिसका नाम क्या ट्रुथ सोशल। ਜਿਹੜਾ ਇਹ ਪਲੇਟਫਾਰਮ ਉਹਨੂੰ ਲਾਂਚ ਕੀਤਾ ਗਿਆ, ਡੋਨਲਡ ਟਰੰਪ ਨੂੰ ਬੈਨ ਕਰ ਦਿੱਤਾ ਗਿਆ ਸੀ ਫੇਸਬੁੱਕ ਤੇ ਟਵਿੱਟਰ ਤੋਂ। ਉਹ ਤੋਂ ਬਾਅਦ ਉਹਨਾਂ ਨੇ ਆਪਣਾ ਹੀ ਸੋਸ਼ਲ ਮੀਡੀਆ ਨੈਟਵਰਕ ਚਲਾ ਲਿਆ। ਓਕੇ, ਸੋ ਯਾਦ ਰੱਖਿਓ। ਉਹ ਤੋਂ ਬਾਅਦ ਨੈਕਸਟ ਕੌਨਕਨ ਸ਼ਕਤੀ ਐਕਸਰਸਾਈਜ਼। ਸੋ ਯੂਨਾਈਟਿਡ ਕਿੰਗਡਮ ਤੇ ਇੰਡੀਆ ਜਿਹੜੇ ਨੇ ਉਹ ਇੱਕ ਜੁਆਇੰਟ ਮਿਲਟਰੀ ਐਕਸਰਸਾਈਜ਼ ਦੇ ਵਿੱਚ ਪਾਰਟਿਸਿਪੇਟ ਕਰਨਗੇ ਜਿਹਦਾ ਨਾਮ ਕੀ ਹੈ, ਕੌਨਕਨ ਸ਼ਕਤੀ ਐਕਸਰਸਾਈਜ਼। ਸੋ ਇਹਦੇ ਵਿੱਚ ਕੀ ਕੀ ਯਾਦ ਰੱਖਣਾ ਹੈ ਕਿ ਇਹਦੇ ਵਿੱਚ ਕੌਣ ਕੌਣ ਹੈ, ਯੂਨਾਈਟਿਡ ਕਿੰਗਡਮ, ਇੰਡੀਆ ਤੇ ਇਹ ਮਿਲਟਰੀ ਐਕਸਰਸਾਈਜ਼ ਹੈ। ਨੈਕਸਟ ਗਲੋਬਲ ਫੂਡ ਸਿਕਿਉਰਿਟੀ ਇੰਡੈਕਸ 2021। ਸੋ 10th ਐਡੀਸ਼ਨ ਗਲੋਬਲ ਫੂਡ ਸਿਕਿਉਰਿਟੀ ਇੰਡੈਕਸ ਦਾ ਪਬਲਿਸ਼ ਕੀਤਾ ਗਿਆ। ਇਹਦੇ ਵਿੱਚ ਇੰਡੀਆ ਦਾ ਰੈਂਕ ਕਿੰਨਾ ਆਇਆ, 71st। ਓਕੇ, ਦੈਟ ਇਜ਼ 71। ਗਲੋਬਲ ਫੂਡ ਸਿਕਿਉਰਿਟੀ ਇੰਡੈਕਸ ਨੂੰ ਪ੍ਰਿਪੇਅਰ ਕੀਤਾ ਜਾਂਦਾ ਹੈ ਐਨਾਲਾਈਜ਼ ਕਰਕੇ 113 ਕੰਟਰੀਜ਼ ਦਾ ਡਾਟਾ। ਓਕੇ, ਸੋ ਇਹਦੇ ਵਿੱਚ ਇੰਡੀਆ ਜਿਹੜਾ ਹੈ ਉਹ ਕਿੰਨੇ ਰੈਂਕ ਤੇ ਆਇਆ, 71। ਇੱਕ ਚੀਜ਼ ਯਾਦ ਰੱਖਿਓ, ਜਿਹੜਾ ਆਪਾਂ ਨੇ ਪਹਿਲਾਂ ਪੜਿਆ ਸੀ ਗਲੋਬਲ ਹੰਗਰ ਇੰਡੈਕਸ, ਗਲੋਬਲ ਹੰਗਰ ਇੰਡੈਕਸ ਇੰਡੀਆ ਆਇਆ 101 ਤੇ ਗਲੋਬਲ ਫੂਡ ਸਿਕਿਉਰਿਟੀ ਇੰਡੈਕਸ ਦੇ ਵਿੱਚ ਇੰਡੀਆ ਦਾ ਕਿੰਨਾ ਰੈਂਕ ਆਇਆ, 71। ਠੀਕ ਹੈ, ਸੋ ਧਿਆਨ ਚ ਰੱਖਿਓ, ਕਈ ਵਾਰ ਬੰਦਾ ਕਨਫਿਊਜ਼ ਹੋ ਜਾਂਦਾ ਹੈ। ਸੋ ਦੈਨ ਨੈਕਸਟ ਆਪਣੇ ਕੋਲ ਹੈ FATF ਐਡਸ ਟਰਕੀ ਟੂ ਗ੍ਰੇ ਲਿਸਟ ਪਾਕਿਸਤਾਨ ਡਿਟੇਨ। ਸੋ ਜਿਹੜਾ ਗਲੋਬਲ ਟੈਰਰ ਫਾਈਨਾਂਸਿੰਗ ਵਾਚਡੌਗ ਹੈ, ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਹੈ ਜਿਹਨੂੰ ਆਪਾਂ FATF ਹੀ ਬੋਲਦੇ ਹਾਂ, ਉਹਨਾਂ ਨੇ ਗ੍ਰੇ ਲਿਸਟ ਦੇ ਵਿੱਚ ਪਾਕਿਸਤਾਨ ਨੂੰ ਤਾਂ ਰੱਖਿਆ ਹੀ ਹੈ, ਨਾਲ ਟਰਕੀ, ਜਾਰਡਨ, ਮਾਲੇ ਨੂੰ ਵੀ ਐਡ ਕੀਤਾ ਗਿਆ। ਸੋ ਇਹ ਕਾਫੀ ਇੰਪੋਰਟੈਂਟ ਹੈ, ਯਾਦ ਰੱਖਿਓ ਵੀ ਕਿਹੜੀ ਕਿਹੜੀ ਕੰਟਰੀਜ਼ ਨੂੰ ਐਡ ਕੀਤਾ ਹੈ। ਅਗਰ ਆਪਾਂ FATF ਦੇ ਬਾਰੇ ਪੜ੍ਹੀਏ ਤਾਂ ਇਹਦੀ ਫੁੱਲ ਫਾਰਮ ਕੀ ਹੈ, ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ। ਇੱਕ ਇੰਟਰ ਗਵਰਨਮੈਂਟ ਆਰਗੇਨਾਈਜੇਸ਼ਨ ਹੈ, 1989 ਦੇ ਵਿੱਚ ਇਹਨੂੰ ਫਾਊਂਡ ਕੀਤਾ ਗਿਆ ਸੀਗਾ। ਠੀਕ ਹੈ, G7 ਦੀ ਇਨੀਸ਼ੀਏਟਿਵ ਤੋਂ ਬਾਅਦ। ਓਕੇ, ਸੋ ਨੈਕਸਟ ਆਪਣੇ ਕੋਲ ਕਰੰਟ ਅਫੇਅਰ ਹੈ ਰਿਗਾਰਡਿੰਗ ਸਤਿਆਜੀਤ ਰੇ ਲਾਈਫ ਟਾਈਮ ਅਵਾਰਡ। ਸੋ 52nd ਇੰਟਰਨੈਸ਼ਨਲ ਫਿਲਮ ਫੈਸਟੀਵਲ ਹੈ ਇੰਡੀਆ ਦਾ, ਉਹ ਗੋਆ ਦੇ ਵਿੱਚ ਹੋਇਆ। ਪਹਿਲੀ ਗੱਲ ਤਾਂ ਇਹ ਇੰਪੋਰਟੈਂਟ ਹੈ। ਤੇ ਇਹਦੇ ਵਿੱਚ ਸਤਿਆਜੀਤ ਰੇ ਲਾਈਫ ਟਾਈਮ ਅਚੀਵਮੈਂਟ ਅਵਾਰਡ ਹੈ ਜਿਹੜਾ ਉਹ ਕਿਹਨੂੰ ਮਿਲਿਆ, ਹੰਗੇਰੀਅਨ ਫਿਲਮ ਮੇਕਰ ਇਸਟਵੈਨ ਜ਼ਾਬੂ ਤੇ ਹਾਲੀਵੁੱਡ ਆਈਕਨ ਮਾਰਟਿਨ ਸਕੋਰਸ। ਓਕੇ, ਉਹਨਾਂ ਦੋਨਾਂ ਨੂੰ ਇਹ ਅਵਾਰਡ ਮਿਲਿਆ। ਉਹ ਤੋਂ ਬਾਅਦ ਗਲੋਬਲ ਥ੍ਰੈਟ ਅਸੈਸਮੈਂਟ ਰਿਪੋਰਟ 2021 ਵੀ ਪ੍ਰੋਟੈਕਟ ਗਲੋਬਲ ਅਲਾਈਅੰਸ ਨੇ ਰਿਲੀਜ਼ ਕੀਤੀ ਆਪਣੀ ਗਲੋਬਲ ਥ੍ਰੈਟ ਅਸੈਸਮੈਂਟ ਰਿਪੋਰਟ। ਜਿਹੜੀ ਰਿਪੋਰਟ ਉਹ ਕੀ ਕਹਿੰਦੇ ਆ ਕਿ ਜਿਹੜੇ ਚਾਈਲਡ ਸੈਕਸ਼ੂਅਲ ਅਬਿਊਜ਼ ਹੈ ਉਹ ਇੱਕ ਕ੍ਰੋਨੋਲੋਜੀਕਲ ਅੰਡਰ ਫੰਡਡ ਇਸ਼ੂ ਹੈ। COVID-19 ਦੇ ਦੌਰਾਨ ਜਿਹੜੇ ਚਾਈਲਡ ਸੈਕਸ਼ੂਅਲ ਐਕਸਪਲੋਇਟੇਸ਼ਨ ਐਂਡ ਅਬਿਊਜ਼ ਆਨਲਾਈਨ ਕੇਸਿਸ ਆ ਉਹ ਇਨਕਰੀਜ਼ ਹੋਏ ਨੇ। ਉਹ ਤੋਂ ਬਾਅਦ ਨੈਕਸਟ ਹੈ ਯੂਨਾਈਟਿਡ ਨੇਸ਼ਨ ਡੇ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ, 24 ਅਕਤੂਬਰ ਨੂੰ। ਓਕੇ, ਤੇ ਇਸ ਦਿਨ ਯੂਨਾਈਟਿਡ ਨੇਸ਼ਨ ਚਾਰਟਰ ਹੈ ਜਿਹੜਾ ਉਹ ਸਾਈਨ ਕੀਤਾ ਗਿਆ ਸੀ। ਓਕੇ, ਉਹ ਤੋਂ ਬਾਅਦ ਨੈਕਸਟ PM ਆਤਮ ਨਿਰਭਰ ਸਵਸਥ ਭਾਰਤ ਯੋਜਨਾ। ਸੋ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਲਾਂਚ ਕੀਤੀ ਪ੍ਰਧਾਨ ਮੰਤਰੀ ਆਤਮ ਨਿਰਭਰ ਸਵਸਥ ਭਾਰਤ ਯੋਜਨਾ। ਕਿੱਥੇ, ਉੱਤਰ ਪ੍ਰਦੇਸ਼ ਤੇ ਵਾਰਾਣਸੀ ਦੇ ਵਿੱਚ। ਓਕੇ, ਸੋ ਅਗਰ ਆਪਾਂ ਇਹਦੀ ਗੱਲ ਕਰੀਏ, ਵਨ ਆਫ ਦਾ ਲਾਰਜੈਸਟ ਪੈਨ ਇੰਡੀਆ ਸਕੀਮ ਹੈ ਜਿਹੜੀ ਕਿ ਸਟਰੈਂਥਨ ਕਰੂਗੀ ਹੈਲਥ ਕੇਅਰ ਇਨਫਰਾਸਟਰਕਚਰ ਨੂੰ ਇੰਡੀਆ ਦੇ ਵਿੱਚ। ਜਿਹੜੀ ਸਕੀਮ ਹੈ ਇਹਦੇ ਵਿੱਚ 17,788 ਰੂਰਲ ਹੈਲਥ ਤੇ ਵੈਲਨੈਸ ਸੈਂਟਰਸ ਹੈ ਜਿਹੜੇ ਉਹ ਪ੍ਰੋਵਾਈਡ ਕੀਤੇ ਜਾਣਗੇ ਅਕ੍ਰੋਸ 10 ਹਾਈ ਫੋਕਸ ਸਟੇਟਸ। ਇਹਦੇ ਵਿੱਚ 11,024 ਅਰਬਨ ਹੈਲਥ ਐਂਡ ਵੈਲਨੈਸ ਸੈਂਟਰ ਨੂੰ ਐਸਟੈਬਲਿਸ਼ ਕੀਤਾ ਜਾਊਗਾ ਸਟੇਟਸ ਦੇ ਵਿੱਚ। Critical care services will be made available through exclusive critical care hospital in all district of India having more than 5 lakh population. Remaining district will be covered by means of referral services. Critical care services ਜਿਹੜੇ ਉਹਨਾਂ ਨੂੰ ਅਵੇਲੇਬਲ ਕਰਵਾਇਆ ਜਾਊਗਾ ਐਕਸਕਲੂਸਿਵ ਕ੍ਰਿਟੀਕਲ ਕੇਅਰ ਹਸਪੀਟਲਸ ਦੇ ਵਿੱਚ ਸਾਰੀ ਡਿਸਟ੍ਰਿਕਟਸ ਦੇ ਵਿੱਚ ਇੰਡੀਆ ਦੀ, ਜਿਨ੍ਹਾਂ ਦੀ ਪਾਪੂਲੇਸ਼ਨ 5 ਲੱਖ ਤੋਂ ਜ਼ਿਆਦਾ ਹੈ। ਠੀਕ ਹੈ, ਲੋਕਾਂ ਨੂੰ ਅਸੈਸ ਮਿਲੂਗਾ ਫੁੱਲ ਰੇਂਜ ਆਫ ਡਾਇਗਨੋਸਟਿਕ ਸਰਵਿਸ ਪਬਲਿਕ ਹੈਲਥ ਕੇਅਰ ਸਿਸਟਮ ਦੇ ਵਿੱਚ। ਓਕੇ, ਉਹ ਤੋਂ ਬਾਅਦ ਇਹਦੇ ਵਿੱਚ ਇੰਟੀਗ੍ਰੇਟਿਡ ਪਬਲਿਕ ਹੈਲਥ ਲੈਬਸ ਨੂੰ ਵੀ ਸੈਟਅਪ ਕੀਤਾ ਜਾਊਗਾ ਸਾਰੀ ਡਿਸਟ੍ਰਿਕਟ। PM ਆਯੁਸ਼ਮਾਨ ਭਾਰਤ ਹੈਲਥ ਇਨਫਰਾਸਟਰਕਚਰ ਮਿਸ਼ਨ। ਸੋ ਪ੍ਰਧਾਨ ਮੰਤਰੀ ਨੇ ਲਾਂਚ ਕੀਤਾ ਆਯੁਸ਼ਮਾਨ ਭਾਰਤ ਹੈਲਥ ਇਨਫਰਾਸਟਰਕਚਰ ਮਿਸ਼ਨ। ਜਿਹੜਾ ਇਹ ਸਕੀਮ ਹੈ ਇਹ 5,000 ਕਰੋੜ ਦੀ ਹੈ ਤੇ ਇੰਡੀਆ ਦੀ ਲਾਰਜੈਸਟ ਸਕੀਮ ਹੈ ਜਿਹਨੂੰ ਲਾਂਚ ਕੀਤਾ ਗਿਆ ਟੂ ਸਕੇਲ ਅਪ ਹੈਲਥ ਇਨਫਰਾਸਟਰਕਚਰ। ਜਿਹੜਾ ਮਿਸ਼ਨ ਉਹਨੂੰ ਲਾਂਚ ਕੀਤਾ ਗਿਆ ਇੰਪਰੂਵ ਕਰਨ ਦੇ ਲਈ ਪਬਲਿਕ ਹੈਲਥ ਇਨਫਰਾਸਟਰਕਚਰ ਅਰਬਨ ਤੇ ਰੂਰਲ ਏਰੀਆਜ਼ ਦੇ ਵਿੱਚ। ਠੀਕ ਹੈ, ਤੇ ਵਰਕ ਕਰੂਗਾ ਨੈਸ਼ਨਲ ਹੈਲਥ ਮਿਸ਼ਨ ਦੇ ਨਾਲ। ਓਕੇ, ਸੋ ਜਿਹੜਾ ਇਹ ਮਿਸ਼ਨ ਹੈ ਦਾ ਮੇਨ ਆਬਜੈਕਟਿਵ ਕੀ ਹੈ ਕਿ ਗੈਪਸ ਨੂੰ ਫਿਲ ਕਰਨਾ ਜੋ ਵੀ ਪਬਲਿਕ ਹੈਲਥ ਇਨਫਰਾਸਟਰਕਚਰ 'ਚ ਨੇ। ਇਹਦੇ ਵਿੱਚ ਜਿਹੜੇ ਕ੍ਰਿਟੀਕਲ
ਕੇਅਰ ਫੈਸਿਲਿਟੀਜ਼ ਤੇ ਪ੍ਰਾਇਮਰੀ ਕੇਅਰ ਰੂਰਲ ਤੇ ਅਰਬਨ ਏਰੀਆਜ਼ 'ਚ ਨੇ ਉਹਨਾਂ ਦੇ ਵਿੱਚ ਦਾ ਜਿਹੜਾ ਗੈਪ ਹੈ ਉਹਨੂੰ ਫਿਲ ਕੀਤਾ ਜਾਊਗਾ। ਉਹ ਤੋਂ ਬਾਅਦ 67 ਨੈਸ਼ਨਲ ਫਿਲਮ ਅਵਾਰਡਸ ਨੂੰ ਪ੍ਰੈਜ਼ੈਂਟ ਕੀਤਾ ਗਿਆ। ਸੋ ਵਾਈਸ ਪ੍ਰੈਜ਼ੀਡੈਂਟ ਐਮ ਵੈਂਕਈਆ ਨਾਇਡੂ ਨੇ ਪ੍ਰੈਜ਼ੈਂਟ ਕੀਤਾ। 51st ਦਾਦਾ ਸਾਹਿਬ ਫਾਲਕੇ ਅਵਾਰਡ ਹੈ ਜਿਹੜਾ ਉਹ ਐਕਟਰ ਰਜਨੀਕਾਂਤ ਨੂੰ ਦਿੱਤਾ ਗਿਆ। ਮਨੋਜ ਬਾਜਪਾਈ, ਕੰਗਨਾ ਰਣੌਤ ਐਂਡ ਧਨੁਸ਼ ਨੂੰ ਕਨਫਰ ਕੀਤਾ ਗਿਆ ਐਕਟਿੰਗ ਆਨਰਸ ਦੇ ਨਾਲ। ਬੈਸਟ ਫੀਚਰ ਫਿਲਮ ਅਵਾਰਡ ਹੈ ਜਿਹੜਾ ਉਹ ਪ੍ਰਿਆ ਦਰਸ਼ਨ ਮਲਿਆਲਮ ਪੀਰੀਅਡ ਐਪਿਕ ਨੇਮ ਮਰੱਕਰ ਲਾਇਨ ਆਫ ਅਰੇਬੀਅਨ ਸੀ ਉਹਨੂੰ ਮਿਲਿਆ। ਠੀਕ ਹੈ। ਬੈਸਟ ਹਿੰਦੀ ਫਿਲਮ ਅਵਾਰਡ ਹੈ ਜਿਹੜਾ ਛਿਛੋਰੇ ਮੂਵੀ ਨੂੰ ਮਿਲਿਆ। ਓਕੇ। ਉਹ ਤੋਂ ਬਾਅਦ 67 ਨੈਸ਼ਨਲ ਫਿਲਮ ਅਵਾਰਡ ਨੂੰ ਅਨਾਊਂਸ ਕੀਤਾ ਗਿਆ ਮਾਰਚ 2021 ਦੇ ਵਿੱਚ, ਬਟ ਜਿਹੜੇ ਅਵਾਰਡ ਆ ਉਹ ਪੋਸਟਪੋਨ ਹੋ ਗਏ ਸੀ ਡਿਊ ਟੂ ਕੋਵਿਡ-19 ਪੈਂਡੇਮਿਕ। ਅਗਰ ਆਪਾਂ ਨੈਸ਼ਨਲ ਫਿਲਮ ਅਵਾਰਡ ਦੀ ਗੱਲ ਕਰੀਏ ਤਾਂ ਮੋਸਟ ਪ੍ਰੋਮੀਨੈਂਟ ਫਿਲਮਸ ਅਵਾਰਡ ਸੈਰਾਮਨੀ ਇੰਡੀਆ ਦੀ 1954 ਦੇ ਵਿੱਚ ਇਹਨੂੰ ਐਸਟੈਬਲਿਸ਼ ਕੀਤਾ ਗਿਆ, ਇਹਦੇ ਦੁਆਰਾ ਬਾਈ ਡਾਇਰੈਕਟੋਰੇਟ ਆਫ ਫਿਲਮ ਫੈਸਟੀਵਲ ਆਫ ਇੰਡੀਅਨ ਗਵਰਨਮੈਂਟ। ਉਹ ਤੋਂ ਬਾਅਦ PM ਮੋਦੀ ਅਟੈਂਡ ਕਰਨਗੇ G20 ਲੀਡਰ ਸਮਿਟ 2021। ਓਕੇ। ਤੇ ਕਿੱਥੇ ਹੋ ਰਹੀ ਹੈ? ਇਟਲੀ ਦੇ ਵਿੱਚ। ਸੋ ਯਾਦ ਰੱਖਿਓ ਮੇਨ ਇਹੀ ਚੀਜ਼ ਹੈ ਵੀ ਕਿੱਥੇ ਹੋ ਰਹੀ ਹੈ? ਇਟਲੀ ਦੇ ਵਿੱਚ। ਸੋ ਅਗਰ ਆਪਾਂ G20 ਦੀ ਗੱਲ ਕਰੀਏ, ਇੱਕ ਲੀਡਿੰਗ ਗਲੋਬਲ ਫਾਰਮ ਹੈ ਜਿਹੜੀ ਕਿ ਮੇਜਰ ਇਕੋਨਮੀਜ਼ ਨੂੰ ਇਕੱਠਾ ਲੈ ਕੇ ਆ ਰਹੀ ਹੈ। ਜਿਹੜੇ ਮੈਂਬਰ ਹੈ ਗਰੁੱਪਿੰਗ ਦੇ ਉਹ ਵਰਲਡ ਦੀ ਜਿਹੜੀ GDP ਉਹਦਾ 80% ਰਿਪਰੈਜ਼ੈਂਟ ਕਰਦੇ ਆ। ਠੀਕ ਹੈ। 60% ਵਰਲਡ ਦੀ ਪਾਪੂਲੇਸ਼ਨ ਨੂੰ ਰਿਪਰੈਜ਼ੈਂਟ ਕਰਦੇ ਆ ਤੇ 75% ਗਲੋਬਲ ਟ੍ਰੇਡ। ਓਕੇ। ਉਹ ਤੋਂ ਬਾਅਦ ਨੈਕਸਟ ਹੈ ਸੰਭਵ ਨੈਸ਼ਨਲ ਲੈਵਲ ਅਵੇਅਰਨੈਸ ਪ੍ਰੋਗਰਾਮ 2021। ਸੋ ਮਿਨਿਸਟਰੀ ਆਫ ਮਾਈਕਰੋ ਸਮਾਲ ਮੀਡੀਅਮ ਐਂਟਰਪ੍ਰਾਈਜ਼ ਨੇ ਲਾਂਚ ਕੀਤਾ ਸੰਭਵ ਨੈਸ਼ਨਲ ਲੈਵਲ ਅਵੇਅਰਨੈਸ ਪ੍ਰੋਗਰਾਮ ਦਿੱਲੀ ਦੇ ਵਿੱਚ। ਓਕੇ। ਸੋ ਸੰਭਵ ਦੇ ਵਿੱਚ ਇੱਕ ਚੀਜ਼ ਯਾਦ ਰੱਖਿਓ, ਇਹਦੇ ਵਿੱਚ ਸਟੂਡੈਂਟਸ ਨੂੰ ਮੋਟੀਵੇਟ ਕੀਤਾ ਜਾਊਗਾ ਅਲੱਗ-ਅਲੱਗ ਕਾਲਜਿਸ ਦੇ ਕਿ ਉਹ ਇੰਟਰਪ੍ਰੀਨਿਓਰਸ਼ਿਪ ਦੀ ਔਰ ਜਾਣ। ਠੀਕ ਹੈ। ਉਹ ਤੋਂ ਬਾਅਦ ਨੈਕਸਟ US ਨੇ ਇਸ਼ੂ ਕੀਤਾ ਪਾਸਪੋਰਟ ਐਕਸ ਜੈਂਡਰ ਮਾਰਕਰ ਦੇ ਨਾਲ। ਸੋ ਯੂਨਾਈਟਿਡ ਸਟੇਟ ਨੇ ਇਸ਼ੂ ਕੀਤਾ ਫਸਟ ਪਾਸਪੋਰਟ ਵਿਦ ਐਕਸ ਜੈਂਡਰ ਮਾਰਕਰ marking a milestone in recognize the rights of people who are not identified as male or female। ਸੋ ਐਸੇ ਲੋਕ ਜਿਹੜੇ ਨਾ ਮੇਲ ਕੈਟੇਗਰੀ ਚਾਹੁੰਦੇ ਆ ਨਾ ਫੀਮੇਲ ਕੈਟੇਗਰੀ ਚਾਹੁੰਦੇ ਉਹਨਾਂ ਲਈ US ਨੇ ਕਿਹੜਾ ਮਾਰਕ ਲਿਖਿਆ ਪਾਸਪੋਰਟ ਦੇ ਉੱਪਰ? ਐਕਸ। ਓਕੇ। ਚੇਂਜਿੰਗ ਵੈਲਥ ਆਫ ਨੇਸ਼ਨ 2021 ਰਿਪੋਰਟ ਜਿਹੜੀ ਹੈ ਉਹ ਕਿਹਨੇ ਪਬਲਿਸ਼ ਕੀਤੀ ਹੈ? ਵਰਲਡ ਬੈਂਕ ਨੇ। ਸੋ ਕਾਫੀ ਇੰਪੋਰਟੈਂਟ ਰਿਪੋਰਟ ਹੈ, ਯਾਦ ਰੱਖਿਓ। ਇਹ ਰਿਪੋਰਟ ਦੇ ਮੁਤਾਬਿਕ ਜਿਹੜਾ ਸਾਊਥ ਏਸ਼ੀਆ ਉਹਨੇ ਸਭ ਤੋਂ ਵੱਧ ਸਫਰ ਕੀਤਾ ਇਨ ਟਰਮਸ ਆਫ ਹਿਊਮਨ ਕੈਪੀਟਲ ਲਾਸ ਏਅਰ ਪੋਲਿਊਸ਼ਨ ਦੇ ਕਾਰਨ। ਉਹ ਤੋਂ ਬਾਅਦ ਬੈਲਿਸਟਿਕ ਮਿਸਾਈਲ ਅਗਨੀ 5 ਨੂੰ ਸਕਸੈਸਫੁਲੀ ਟੈਸਟ ਫਾਇਰ ਕੀਤਾ ਗਿਆ। ਓਕੇ। ਜਿਹੜੀ ਮਿਸਾਈਲ ਉਹਨੂੰ APJ ਅਬਦੁਲ ਕਲਾਮ ਆਈਲੈਂਡ ਤੋਂ ਲਾਂਚ ਕੀਤਾ ਗਿਆ ਸੀਗਾ। ਇਹ ਜਿਹੜੀ ਮਿਸਾਈਲ ਹੈ ਦੇ ਵਿੱਚ 3 ਸਟੇਜ ਸੋਲਿਡ ਫਿਊਲ ਇੰਜਨ ਹੈ ਜਿਹਨੂੰ ਕਿ ਜਿਹੜਾ ਕਿ ਸਟ੍ਰਾਈਕ ਕਰਦਾ ਟਾਰਗੇਟ। ਉਹਦੀ ਰੇਂਜ ਕਿੰਨੀ ਹੈ? 5000 ਕਿਲੋਮੀਟਰ। ਅਗਨੀ 5 ਇੱਕ ਇੰਡੀਅਨ ਨਿਊਕਲੀਅਰ ਕੈਪੇਬਲ ਇੰਟਰਕੋਂਟੀਨੈਂਟਲ ਬੈਲਿਸਟਿਕ ਮਿਸਾਈਲ ਹੈ। ਇਹਨੂੰ ਡਿਵੈਲਪ ਕੀਤਾ DRDO ਨੇ। ਠੀਕ ਹੈ। ਜਿਹੜੀ ਮਿਸਾਈਲ ਹੈ ਇਹਦੀ ਰੇਂਜ ਕਿੰਨੀ ਹੈ? 5000 ਤੋਂ ਲੈ ਕੇ 8000 ਤੱਕ ਦੀ। 3 ਸਟੇਜ ਸੋਲਿਡ ਫਿਊਲਡ ਐਂਡ ਰੋਡ ਮੋਬਾਈਲ ਇੰਟਰਕੰਟੀਨੈਂਟਲ ਬੈਲਿਸਟਿਕ ਮਿਸਾਈਲ ਹੈ ਤੇ ਇਹਨੂੰ ਟਰਾਂਸਪੋਰਟ ਕੀਤਾ ਜਾ ਸਕਦਾ ਟਰੱਕ ਦੇ ਦੁਆਰਾ ਤੇ ਲਾਂਚ ਕੀਤਾ ਜਾ ਸਕਦਾ ਕੈਨਿਸਟਰ ਦੇ ਥਰੂ। ਉਹ ਤੋਂ ਬਾਅਦ ਨੈਕਸਟ G20 ਜੁਆਇੰਟ ਫਾਈਨਾਂਸ ਹੈਲਥ ਮਿਨਿਸਟਰ ਮੀਟ ਇਨ ਰੋਮ। ਬਸ ਯੂਨੀਅਨ ਮਿਨਿਸਟਰ ਆਫ ਫਾਈਨਾਂਸ ਐਂਡ ਕਾਰਪੋਰੇਟ ਅਫੇਅਰ ਨਿਰਮਲਾ ਸੀਤਾਰਮਨ ਆਫੀਸ਼ੀਅਲ ਵਿਜ਼ਿਟ ਗਈ। ਕਿੱਥੇ ਗਏ ਉਹ? ਇਟਲੀ ਦੇ ਵਿੱਚ, ਤਾਂ ਕਿ G20 ਜੁਆਇੰਟ ਫਾਈਨਾਂਸ ਐਂਡ ਹੈਲਥ ਮਿਨਿਸਟਰ ਮੀਟਿੰਗ ਹੈ ਜਿਹੜੀ ਉਹਨੂੰ ਅਟੈਂਡ ਕਰ ਪਾਉਣ ਰੋਮ ਦੇ ਵਿੱਚ। ਉਹ ਤੋਂ ਬਾਅਦ ਸਟੇਟ ਆਫ ਕਲਾਈਮੇਟ ਇਨ ਏਸ਼ੀਆ ਰਿਪੋਰਟ 2020। ਸੋ ਯੂਨਾਈਟਿਡ ਨੇਸ਼ਨ ਵਰਲਡ ਮੈਟਰੋਲੋਜੀਕਲ ਆਰਗੇਨਾਈਜੇਸ਼ਨ ਨੇ ਰਿਲੀਜ਼ ਕੀਤੀ ਸਟੇਟ ਆਫ ਕਲਾਈਮੇਟ ਇਨ ਏਸ਼ੀਆ ਰਿਪੋਰਟ 2020। ਸੋ ਇਹਦੇ ਮੁਤਾਬਿਕ ਜਿਹੜਾ ਏਸ਼ੀਆ ਹੈ ਉਹ ਹੌਟੈਸਟ ਈਅਰ ਰਿਹਾ ਰਿਕਾਰਡ ਦੇ ਵਿੱਚ। ਬਸ ਇਹ ਯਾਦ ਰੱਖਣਾ ਤੇ ਇਹ ਯਾਦ ਰੱਖਣਾ ਕਿਹਨੇ ਰਿਲੀਜ਼ ਕੀਤੀ ਹੈ? ਵਰਲਡ ਮੈਟਰੋਲੋਜੀਕਲ ਆਰਗੇਨਾਈਜੇਸ਼ਨ ਨੇ। ਉਹ ਤੋਂ ਬਾਅਦ ਇੰਡੀਅਨ ਕੋਸਟ ਗਾਰਡ ਸ਼ਿਪ ਸਾਰਥਕ ਇਨੋਗ੍ਰੇਟ ਕੀਤੀ ਗਈ। ਸੋ ਡਾਇਰੈਕਟਰੇਟ ਜਨਰਲ ਆਫ ਇੰਡੀਅਨ ਕੋਸਟ ਗਾਰਡ K Natarajan commissioned the indigenously built Indian Coast Guard ship Sarthak। So that's all for today। ਮਿਲਦੇ ਨੈਕਸਟ ਕਲਾਸ ਦੇ ਵਿੱਚ। ਥੈਂਕ ਯੂ ਸੋ ਮਚ।